ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਵੈਰਨ ਬਫੇ ਸੰਸਾਰ ਦਾ ਸਭ ਤੋਂ ਵੱਡਾ ਦਾਨੀ ਹੈ, ਜਿਸ ਨੇ ਅਮਰੀਕਾ ਦੀ ਸ਼ੇਅਰ ਮਾਰਕੀਟ ਤੋਂ ਕਮਾਏ ਧਨ ਵਿੱਚੋਂ 40 ਅਰਬ ਨਾਲੋਂ ਵਧੇਰੇ ਡਾਲਰ ਦਾਨ ਦਿੱਤੇ ਹਨ। ਉਸਨੇ ਪਹਿਲਾ ਸ਼ੇਅਰ 11 ਸਾਲ ਦੀ ਉਮਰ ਵਿੱਚ ਖਰੀਦਿਆ, ਜਿਸ ਬਾਰੇ ਉਸਨੇ ਮਗਰੋਂ ਕਿਹਾ ਕਿ ਉਸਨੂੰ ਪਹਿਲਾ ਸ਼ੇਅਰ ਖਰੀਦਣ ਵਿੱਚ ਦੇਰੀ ਦਾ ਅਫਸੋਸ ਹੈ। ਉਸਨੇ ਅਖਬਾਰਾਂ ਵੇਚਣ ਤੋਂ ਕਮਾਏ ਪੈਸਿਆਂ ਨਾਲ 14 ਸਾਲ ਦੀ ਉਮਰ ਵਿੱਚ ਇੱਕ ਬਾਗ ਖਰੀਦਿਆ। ਉਹ ਹੁਣ ਵੀ 60 ਸਾਲ ਪਹਿਲਾਂ ਖਰੀਦੇ 3 ਕਮਰਿਆਂ ਵਾਲੇ ਮਕਾਨ ਵਿੱਚ ਰਹਿੰਦਾ ਹੈ। ਉਸਦੇ ਘਰ ਬਾਹਰ ਨਾ ਚਾਰਦੀਵਾਰੀ ਹੈ, ਨਾ ਬਾੜ। ਉਹ ਆਪਣੀ ਛੋਟੀ ਕਾਰ ਆਪ ਚਲਾਉਂਦਾ ਹੈ। ਉਹ ਇੱਕ ਵਾਰੀ ਸਧਾਰਨ ਟਿਕਟ ਵਾਲੀ ਸ਼੍ਰੇਣੀ ਵਿੱਚ ਜਹਾਜ਼ ਵਿੱਚ ਜਾ ਰਿਹਾ ਸੀ। ਕਿਸੇ ਨੇ ਪਛਾਣ ਕੇ ਕਿਹਾ, ਤੁਸੀਂ ਇਤਨੇ ਧਨਵਾਨ ਹੋ ਕਿ ਸਧਾਰਨ ਸ਼੍ਰੇਣੀ ਵਿੱਚ ਕਿਉਂ ਸਫ਼ਰ ਕਰ ਰਹੇ ਹੋ? ਉਸ ਦਾ ਜਵਾਬ ਸੀ, ਸਧਾਰਨ ਸ਼੍ਰੇਣੀ ਵਿੱਚ ਸਫ਼ਰ ਕਰਨ ਕਰਕੇ ਹੀ ਮੈਂ ਧਨਵਾਨ ਹਾਂ। ਉਹ ਜਵਾਨਾਂ ਨੂੰ ਕ੍ਰੈਡਿਟ ਕਾਰਡ ਤੋਂ ਦੂਰ ਰਹਿਣ, ਕਿਸੇ ਦੇ ਕਹੇ ਵਿੱਚ ਆ ਕੇ ਕੁਝ ਕਰਨ ਤੋਂ ਰੋਕਦਾ ਹੈ। ਉਸ ਦਾ ਆਪਣਾ ਜੀਵਨ ਬਹੁਤ ਸਰਲ ਹੈ ਅਤੇ ਉਹ ਕਹਿੰਦਾ ਹੈ, ਬ੍ਰਾਂਡਡ ਕੱਪੜਿਆਂ ਪਿੱਛੇ ਨਾ ਦੌੜੋ। ਉਹ ਪੈਨੋ ਜਿਸ ਦੇ ਪੈਨ ਵਿੱਚ ਸੁੱਖ ਮਿਲਦਾ ਹੈ। ਆਪਣੇ ਇਹਨਾਂ ਵਿਚਾਰਾਂ ਅਤੇ ਆਦਤਾਂ ਕਾਰਨ ਵਾਰਨ ਬਫੇ ਕਮਾਈ, ਅਮੀਰੀ ਅਤੇ ਦਾਨ ਦੀ ਵਿਸ਼ਵ ਪ੍ਰਸਿੱਧ ਉਦਾਹਰਨ ਹੈ। 21 ਸਦੀਆਂ ਪਹਿਲਾਂ ਇੱਕ ਰੋਮਨ ਬਾਦਸ਼ਾਹ ਨੇ ਇੱਕ ਰੋਮਨ ਫਿਲਾਸਫਰ ਪੋਟਾਮੋਨ ਨੂੰ ਵਿਦੇਸ਼ ਦੌਰੇ ਦੇ ਮੌਕੇ ਇੱਕ ਚਿੱਠੀ ਦਿੱਤੀ, ਜਿਸ ਕਾਰਨ ਉਸਦਾ ਸਭਨੀ ਥਾਈਂ ਸਵਾਗਤ ਹੋਇਆ। ਇਸ ਨੂੰ ਸੰਸਾਰ ਦਾ ਸਭ ਤੋਂ ਪਹਿਲਾ ਪਾਸਪੋਰਟ ਕਿਹਾ ਜਾਂਦਾ ਹੈ। ਉਸ ਸਮੇਂ ਲਿਖਤਾਂ ਦੀ ਥਾਂ ਬਾਦਸ਼ਾਹ ਦੀ ਮੋਹਰ ਵਾਲੀਆਂ ਚਿੱਠੀਆਂ ਦਿੱਤੀਆਂ ਜਾਂਦੀਆਂ ਸਨ। ਮੁਦਰੀਆਂ ਦਾ ਰਿਵਾਜ ਮਿਸਰੀਆਂ ਨੇ ਆਰੰਭਿਆ। 11ਵੀਂ ਸਦੀ ਵਿੱਚ ਗਲ ਵਿੱਚ ਪਾਇਆ ਜਾਣ ਵਾਲਾ ਚਿੰਨ੍ਹ ਦੇਣ ਦਾ ਰਿਵਾਜ ਪਿਆ। ਦੂਤ ਦਾ ਸਨਮਾਨ ਬਾਦਸ਼ਾਹ ਦਾ ਸਨਮਾਨ ਅਤੇ ਦੂਤ ਦਾ ਅਪਮਾਨ ਬਾਦਸ਼ਾਹ ਦਾ ਅਪਮਾਨ ਮੰਨਿਆ ਜਾਂਦਾ ਸੀ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਕਿਸੇ ਦੇਸ਼ ਜਾਣ ਲਈ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਨਹੀਂ ਸੀ ਪੈਂਦੀ। 47 ਤੱਕ ਭਾਰਤ ਦੇ ਲੋਕ ਦੁਨੀਆ ਵਿੱਚ ਅੰਗਰੇਜ਼ੀ ਰਾਜ ਅਧੀਨ ਇਲਾਕੇ ਵਿੱਚ ਕਿਧਰੇ ਵੀ ਆ ਸਕਦੇ ਸਨ। ਪਹਿਲੇ ਵਿਸ਼ਵ ਯੁੱਧ ਉਪਰੰਤ ਪਾਸਪੋਰਟ ਲਾਜ਼ਮੀ ਹੋ ਗਿਆ। ਮੁੱਢਲਾ ਪਾਸਪੋਰਟ ਚਿੱਠੀ ਹੋਇਆ ਕਰਦਾ ਸੀ। ਅਮਰੀਕਾ ਤੇ ਇੰਗਲੈਂਡ ਨੇ ਪਾਸਪੋਰਟ 'ਤੇ ਫੋਟੋ ਲਾਉਣ ਦਾ ਰਿਵਾਜ ਪਾਇਆ। 20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਲੀਗ ਆਫ ਨੇਸ਼ਨਜ਼ ਨੇ 32 ਪੰਨਿਆਂ ਵਾਲੀ ਛੋਟੀ ਪਾਸਪੋਰਟ ਕਾਪੀ ਲਾਗੂ ਕੀਤੀ ਅਤੇ ਪਾਸਪੋਰਟ 'ਤੇ ਵਿਅਕਤੀ ਦੀ ਫੋਟੋ ਲਾਉਣੀ ਲਾਜ਼ਮੀ ਹੋ ਗਈ। ਇਸ ਉਪਰੰਤ ਸਾਰੇ ਦੇਸ਼ਾਂ ਵਿੱਚ ਪਾਸਪੋਰਟ ਲਾਗੂ ਹੋ ਗਏ। ਯਾਤਰਾ ਕਰਨ ਦੀ ਮੇਜ਼ਬਾਨ ਦੇਸ਼ ਦੀ ਪ੍ਰਵਾਨਗੀ ਨੂੰ ਵੀਜ਼ਾ ਕਿਹਾ ਜਾਣ ਲੱਗ ਪਿਆ। ਇੱਕ ਵਾਰੀ ਫੀਲਡ ਮਾਰਸ਼ਲ ਮਾਨਕ ਸ਼ਾਹ ਨੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿੱਚ ਭਾਸ਼ਣ ਦੇਣਾ ਸੀ। ਸਰੋਤਿਆਂ ਨੇ ਗੁਜਰਾਤੀ ਵਿੱਚ ਬੋਲਣ ਦੀ ਮੰਗ ਕੀਤੀ। ਮਾਨਕ ਸ਼ਾਹ ਚੁੱਪ ਹੋ ਗਿਆ ਅਤੇ ਉਸਨੇ ਆਪਣਾ ਭਾਸ਼ਣ ਕਈ ਭਾਸ਼ਾਵਾਂ ਵਿੱਚ ਦੇਣਾ ਆਰੰਭ ਕੀਤਾ। ਉਸਨੇ ਕਿਹਾ, ਫੌਜ ਵਿੱਚ ਰਹਿੰਦਿਆਂ ਮੈਂ ਕਈ ਲੜਾਈਆਂ ਲੜੀਆਂ ਹਨ। ਮੈਂ ਸਿੱਖ ਰੈਜੀਮੈਂਟ ਦੇ ਪੰਜਾਬੀਆਂ ਤੋਂ ਪੰਜਾਬੀ ਸਿੱਖੀ, ਮਰਾਠਾ ਰੈਜੀਮੈਂਟ ਤੋਂ ਮਰਾਠੀ ਸਿੱਖੀ, ਬੰਗਾਲੀ ਮੈਂ ਬੰਗਾਲੀ ਫੌਜੀਆਂ ਤੋਂ ਸਿੱਖੀ, ਮਦਰਾਸੀਆਂ ਤੋਂ ਤਾਮਿਲ ਸਿੱਖੀ, ਹਿੰਦੀ ਮੈਨੂੰ ਬਿਹਾਰ ਰੈਜੀਮੈਂਟ ਨੇ ਸਿਖਾਈ ਅਤੇ ਨੇਪਾਲੀ ਮੈਂ ਗੋਰਖਿਆਂ ਤੋਂ ਸਿੱਖੀ। ਅਫਸੋਸ ਨਾਲ ਕਹਿ ਰਿਹਾ ਹਾਂ ਕਿ ਫੌਜ ਵਿੱਚ ਕੋਈ ਗੁਜਰਾਤੀ ਹੈ ਹੀ ਨਹੀਂ। ਸੋ ਤੁਸੀਂ ਦੱਸੋ ਮੈਂ ਗੁਜਰਾਤੀ ਕਿਸ ਤੋਂ ਸਿੱਖਦਾ? ਹਾਲ ਵਿੱਚ ਚੁੱਪ ਵਰਤੀ ਹੋਈ ਸੀ ਅਤੇ ਧਨਾੜ ਗੁਜਰਾਤੀਆਂ ਦੇ ਚਿਹਰੇ ਲਟਕੇ ਹੋਏ ਸਨ। ਫਰਾਂਸੀਸੀ ਬੜੇ ਹੈਂਕੜਬਾਜ਼ ਹਨ ਅਤੇ ਆਪਣੀ ਹੈਂਕੜ ਕਰਕੇ ਜਾਣੇ ਜਾਂਦੇ ਹਨ। ਰਾਬਰਟ ਵਿਟਿੰਗ 83 ਸਾਲਾਂ ਦਾ ਅਮਰੀਕੀ ਬਜ਼ੁਰਗ ਹਵਾਈ ਜਹਾਜ਼ ਰਾਹੀਂ ਪੈਰਿਸ ਪਹੁੰਚਿਆ। ਹਵਾਈ ਅੱਡੇ 'ਤੇ ਕਸਟਮ ਅਧਿਕਾਰੀ ਨੂੰ ਵਿਖਾਉਣ ਲਈ ਉਸ ਬਜ਼ੁਰਗ ਨੂੰ ਲੰਮੇ ਕੋਟ ਵਿੱਚੋਂ ਪਾਸਪੋਰਟ ਲੱਭਣ ਵਿੱਚ ਕੁਝ ਦੇਰ ਲੱਗ ਗਈ। ਕਸਟਮ ਅਧਿਕਾਰੀ ਨੇ ਵਿਅੰਗ ਨਾਲ ਕਿਹਾ, ਜਨਾਬ ਤੁਸੀਂ ਫਰਾਂਸ ਪਹਿਲਾਂ ਵੀ ਆਏ ਹੋਵੋਗੇ। ਹਾਂ, ਆਇਆ ਸੀ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਇੱਥੇ ਪਾਸਪੋਰਟ ਵਿਖਾਉਣਾ ਹੁੰਦਾ ਹੈ। ਪਾਸਪੋਰਟ ਹੱਥ ਵਿੱਚ ਫੜ ਕੇ ਰੱਖਣਾ ਚਾਹੀਦਾ ਸੀ। ਵਿਟਿੰਗ ਨੇ ਕਿਹਾ, ਪਿਛਲੀ ਵਾਰ ਜਦੋਂ ਆਇਆ ਸੀ ਤਾਂ ਕਿਸੇ ਨੇ ਪਾਸਪੋਰਟ ਨਹੀਂ ਵੇਖਿਆ ਸੀ। ਕਸਟਮ ਅਧਿਕਾਰੀ ਨੇ ਕਿਹਾ, ਅਜਿਹਾ ਹੋਣਾ ਅਸੰਭਵ ਹੈ।
ਅਮਰੀਕਨਾਂ ਨੂੰ ਹਮੇਸ਼ਾ ਪਾਸਪੋਰਟ ਵਿਖਾਉਣਾ ਪੈਂਦਾ ਹੈ। ਇਹ ਗੱਲ ਫਰਾਂਸੀਸੀ ਕਸਟਮ ਅਧਿਕਾਰੀ ਨੇ ਜਦੋਂ ਲਮਕਾ ਕੇ ਵਿਅੰਗ ਨਾਲ ਕਹੀ ਤਾਂ ਵੀਟਿੰਗ ਨੇ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਵਿੱਚ ਜਰਮਨਾਂ ਨੇ ਬਹਾਦਰ ਅਤੇ ਮਾਣਮਤੀ ਫਰਾਂਸੀਸੀ ਫੌਜ ਦੇ 6 ਦਿਨਾਂ ਵਿੱਚ ਹੀ ਛੱਕੇ ਛੁਡਾ ਕੇ ਫਰਾਂਸ 'ਤੇ ਕਬਜ਼ਾ ਕਰ ਲਿਆ ਸੀ। ਉਸ ਸਮੇਂ ਅਮਰੀਕੀ ਫੌਜ ਮੇਰੀ ਕਮਾਨ ਅਧੀਨ ਸਵੇਰੇ 4:40 'ਤੇ ਹਵਾਈ ਜਹਾਜ਼ਾਂ ਤੋਂ ਪੈਰਾਸ਼ੂਟਾਂ ਨਾਲ ਫਰਾਂਸ ਦੀ ਓਮਾਹਾ ਬੀਚ 'ਤੇ ਉਤਰੀ ਸੀ। ਉਸ ਵੇਲੇ ਮੈਨੂੰ ਕੋਈ ਫਰਾਂਸੀਸੀ ਨਜ਼ਰ ਨਹੀਂ ਸੀ ਆਇਆ ਜਿਸ ਨੂੰ ਮੈਂ ਆਪਣਾ ਪਾਸਪੋਰਟ ਵਿਖਾਉਂਦਾ। ਭਾਰਤ ਦੇ ਆਜ਼ਾਦ ਹੋਣ ਉਪਰੰਤ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਫੌਜ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਤਾਂ ਕਿ ਭਾਰਤੀ ਸੈਨਾ ਦੇ ਮੁਖੀ ਦੀ ਨਿਯੁਕਤੀ ਕੀਤੀ ਜਾ ਸਕੇ। ਨਹਿਰੂ ਨੇ ਕਿਹਾ ਸੀ, ਮੇਰਾ ਵਿਚਾਰ ਹੈ ਕਿ ਸਾਨੂੰ ਕਿਸੇ ਅੰਗਰੇਜ਼ ਨੂੰ ਭਾਰਤੀ ਫੌਜ ਦਾ ਮੁਖੀ ਨਿਯੁਕਤ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਭਾਰਤੀ ਫੌਜੀ ਅਫਸਰ ਨੂੰ ਫੌਜ ਦੀ ਕਮਾਨ ਸੰਭਾਲਣ ਦਾ ਤਜਰਬਾ ਨਹੀਂ ਹੈ। ਅੰਗਰੇਜ਼ਾਂ ਦੀ ਕਮਾਨ ਥੱਲੇ ਰਹਿਣ ਵਾਲੇ ਅਤੇ ਕੇਵਲ ਹਾਂ ਵਿੱਚ ਸਿਰ ਹਿਲਾਉਣ ਵਾਲੇ ਭਾਰਤੀ ਫੌਜੀ ਅਫਸਰਾਂ ਨੇ ਸਹਿਮਤੀ ਪ੍ਰਗਟਾਈ ਸੀ। ਉਸ ਵੇਲੇ ਨਹਿਰੂ ਨੇ ਫੌਜੀ ਅਫਸਰਾਂ ਨੂੰ ਪੁੱਛਿਆ, ਕਿਸੇ ਦਾ ਕੋਈ ਪ੍ਰਸ਼ਨ ਹੈ? ਉੱਥੇ ਹਾਜ਼ਰ ਕੇਵਲ ਇੱਕ ਫੌਜੀ ਅਫਸਰ ਨੱਥੂ ਸਿੰਘ ਰਠੌਰ ਨੇ ਕੁਝ ਕਹਿਣ ਲਈ ਆਗਿਆ ਮੰਗੀ। ਨਹਿਰੂ ਨੂੰ ਉਸ ਅਫਸਰ ਦਾ ਵਿਹਾਰ ਬਦਤਮੀਜ਼ੀ ਪ੍ਰਤੀਤ ਹੋਇਆ। ਨਹਿਰੂ ਜਲਦੀ ਚਿੜ ਜਾਂਦੇ ਸਨ। ਫਿਰ ਵੀ ਨਹਿਰੂ ਨੇ ਨੱਥੂ ਸਿੰਘ ਨੂੰ ਬੋਲਣ ਦੀ ਆਗਿਆ ਦੇ ਦਿੱਤੀ। ਰਾਠੌਰ ਨੇ ਨਿਮਰਤਾ ਨਾਲ ਪਰ ਸਪਸ਼ਟ ਆਵਾਜ਼ ਵਿੱਚ ਕਿਹਾ, ਸਰ, ਸਾਡੇ ਦੇਸ਼ ਵਿੱਚ ਕਿਸੇ ਕੋਲ ਹਕੂਮਤ ਚਲਾਉਣ ਦਾ ਵੀ ਤਜਰਬਾ ਨਹੀਂ ਹੈ, ਸੋ ਕੀ ਸਾਨੂੰ ਕਿਸੇ ਅੰਗਰੇਜ਼ ਨੂੰ ਪ੍ਰਧਾਨ ਮੰਤਰੀ ਨਿਯੁਕਤ ਨਹੀਂ ਕਰ ਲੈਣਾ ਚਾਹੀਦਾ? ਇਸ ਗੱਲ ਨਾਲ ਹਾਲ ਵਿੱਚ ਸਨਾਟਾ ਛਾ ਗਿਆ। ਨਹਿਰੂ ਨੇ ਖਿੱਝ ਕੇ ਕਿਹਾ, ਕੀ ਤੁਸੀਂ ਭਾਰਤੀ ਫੌਜ ਦੇ ਪਹਿਲੇ ਜਰਨੈਲ ਲੱਗਣ ਲਈ ਤਿਆਰ ਹੋ? ਰਾਠੌਰ ਨੇ ਪੇਸ਼ਕਸ਼ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਸਾਡੇ ਕੋਲ ਜਨਰਲ ਕਰਿਆਪਾ ਹਨ ਜਿਨ੍ਹਾਂ ਵਿੱਚ ਮੈਂ ਸਮਝਦਾ ਹਾਂ ਭਾਰਤੀ ਫੌਜ ਦੀ ਕਮਾਨ ਸੰਭਾਲਣ ਦੀ ਯੋਗਤਾ ਹੈ। ਨਹਿਰੂ ਨੇ ਰਾਠੌਰ ਦੀ ਕੁੜਿੱਕੀ ਵਿੱਚੋਂ ਨਿਕਲਣ ਦਾ ਯਤਨ ਕਰਦਿਆਂ ਕਰਿਆਪਾ ਨੂੰ ਭਾਰਤੀ ਫੌਜ ਦੇ ਜਰਨੈਲ ਅਤੇ ਨੱਥੂ ਸਿੰਘ ਰਾਠੌਰ ਨੂੰ ਲੈਫਟੀਨੈਂਟ ਜਰਨੈਲ ਨਿਯੁਕਤ ਕਰਨ ਦਾ ਐਲਾਨ ਕੀਤਾ। ਕਾਰਗਿਲ ਯੁੱਧ ਵਿੱਚ ਮੇਜਰ ਦਵਿੰਦਰ ਸਿੰਘ ਨੇ ਇੱਕ ਗੋਲਾ ਆਪਣੇ ਵੱਲ ਆਉਂਦਾ ਵੇਖਿਆ। ਉਹ ਮਿਲੀ ਸਿਖਲਾਈ ਅਨੁਸਾਰ ਜ਼ਮੀਨ 'ਤੇ ਲੇਟ ਗਿਆ ਅਤੇ ਕੇਵਲ 5 ਫੁੱਟ ਦੀ ਦੂਰੀ 'ਤੇ ਗੋਲਾ ਫਟਣ ਨਾਲ ਕੁਝ ਟੁਕੜੇ ਉਸ ਦੀ ਲੱਤ ਵਿੱਚ ਵੱਜੇ, ਜਿਨ੍ਹਾਂ ਕਾਰਨ ਉਸ ਦੀ ਲੱਤ ਵੱਢਣੀ ਪਈ ਸੀ। ਕਿਸੇ ਨੂੰ ਉਸ ਦੇ ਬਚਣ ਦੀ ਆਸ ਨਹੀਂ ਸੀ, ਪਰ ਮੇਜਰ ਦਵਿੰਦਰ ਸਿੰਘ ਪੂਰੇ ਹੌਸਲੇ ਵਿੱਚ ਸੀ। ਇਲਾਜ ਦੌਰਾਨ ਉਹ ਸ਼ੋਲੇ ਫਿਲਮ ਦੇ ਸੰਵਾਦ ਸੁਣਨ ਕਾਰਨ ਹੌਸਲੇ ਵਿੱਚ ਰਹਿਣ ਲੱਗ ਪਿਆ। ਭਾਵੇਂ ਉਹ ਠੀਕ ਹੋ ਗਿਆ ਸੀ, ਪਰ ਆਲੇ ਦੁਆਲੇ ਦੇ ਲੋਕ ਉਸ ਨਾਲ ਸਧਾਰਨ ਵਿਹਾਰ ਕਰਨ ਦੀ ਥਾਂ ਉਸ 'ਤੇ ਤਰਸ ਖਾਂਦੇ ਸਨ ਅਤੇ ਵਿਕਲਾਂਗ ਸਮਝਦੇ ਸਨ। ਅਜਿਹੇ ਲੋਕਾਂ ਨਾਲ ਨਜਿੱਠਣ ਦੇ 2 ਢੰਗ ਹੁੰਦੇ ਹਨ। ਪਹਿਲਾ ਢੰਗ ਲੋਕਾਂ ਨੂੰ ਦੱਸਣਾ ਸੀ ਕਿ ਉਹਨਾਂ ਦਾ ਵਿਹਾਰ ਵਾਜਬ ਨਹੀਂ ਸੀ। ਦੂਜਾ ਵਿਹਾਰ ਆਪਣੇ ਆਪ ਨੂੰ ਬਲਵਾਨ ਕਰਨਾ ਸੀ। ਮੇਜਰ ਦਵਿੰਦਰ ਸਿੰਘ ਨੇ ਦੂਜਾ ਢੰਗ ਅਪਣਾਇਆ। ਉਹ ਬਲੇਡ ਰਨਰ ਬਣ ਗਿਆ ਅਤੇ ਬਨਾਵਟੀ ਲੱਤ ਨਾਲ ਦੌੜਾਂ ਵਿੱਚ ਭਾਗ ਲੈਣ ਅਤੇ ਇਨਾਮ ਜਿੱਤਣ ਲੱਗ ਪਿਆ, ਜਿਸ ਕਾਰਨ ਪੂਰੀ ਤਰ੍ਹਾਂ ਤੰਦਰੁਸਤ ਇਸਤਰੀ ਪੁਰਸ਼ ਉਸ ਨਾਲ ਫੋਟੋ ਖਿਚਵਾਉਣ ਲਈ ਬੇਨਤੀਆਂ ਕਰਨ ਲੱਗ ਪਏ। ਇੱਕ ਲੈਕਚਰ ਵਿੱਚ ਉਸਨੇ ਕਿਹਾ, ਜੇ ਕੋਈ ਆਪਣੀ ਜ਼ਿੰਦਗੀ ਨੂੰ ਕੀਮਤੀ ਸਮਝੇ ਤਾਂ ਸੰਸਾਰ ਵੀ ਉਸ ਦੀ ਜ਼ਿੰਦਗੀ ਨੂੰ ਮੁੱਲਵਾਨ ਸਮਝਣ ਲੱਗ ਪੈਂਦਾ ਹੈ। ਕੋਈ ਕਹਾਣੀ ਜਿਵੇਂ ਪ੍ਰਸਿੱਧ ਹੋ ਜਾਂਦੀ ਹੈ, ਉਹ ਉਵੇਂ ਹੀ ਮੰਨੀ ਅਤੇ ਦੁਹਰਾਈ ਜਾਂਦੀ ਹੈ। ਤਾਜ ਮਹਿਲ ਨੂੰ ਹਮੇਸ਼ਾ ਪਿਆਰ ਦੀ ਨਿਸ਼ਾਨੀ ਦੱਸਿਆ ਜਾਂਦਾ ਰਿਹਾ ਹੈ। ਪ੍ਰਚਲਿਤ ਹੈ ਕਿ ਸ਼ਾਹਜਹਾਨ ਨੇ ਤਾਜ ਮਹਿਲ ਆਪਣੀ ਪਤਨੀ ਮੁਮਤਾਜ਼ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ। ਸ਼ਾਹਜਹਾਨ ਨੇ 7 ਵਿਆਹ ਕੀਤੇ ਸਨ। ਮੁਮਤਾਜ਼ ਨਹੀਂ, ਸ਼ਾਹਜਹਾਨ ਦੀ ਸਭ ਤੋਂ ਸੁੰਦਰ ਪਤਨੀ ਇਸ਼ਰਤ ਬਾਨੋ ਸੀ। ਮੁਮਤਾਜ਼ ਚੌਥੀ ਪਤਨੀ ਸੀ। ਮੁਮਤਾਜ਼ ਦੇ ਮਰਨ ਉਪਰੰਤ ਸ਼ਾਹਜਹਾਨ ਨੇ 3 ਹੋਰ ਵਿਆਹ ਕੀਤੇ। ਮੁਮਤਾਜ਼ ਕਿਸੇ ਹਾਦਸੇ ਵਿੱਚ ਨਹੀਂ ਸੀ ਮਰੀ। ਉਹ 38 ਸਾਲ ਦੀ ਉਮਰ ਵਿੱਚ 14ਵੇਂ ਪ੍ਰਸਤੂਤ ਦੌਰਾਨ ਮਰੀ ਸੀ। ਮੁਮਤਾਜ਼ ਸ਼ਾਹਜਹਾਨ ਦੀ ਪਤਨੀ ਬਣਨ ਤੋਂ ਪਹਿਲਾਂ ਸ਼ਾਦੀशुदा ਸੀ ਅਤੇ ਉਸਦਾ ਪਤੀ ਸ਼ੇਰ ਅਫਗਾਨ ਖਾਨ ਸ਼ਾਹਜਹਾਨ ਦੀ ਫੌਜ ਵਿੱਚ ਸੂਬੇਦਾਰ ਸੀ, ਜਿਸ ਦਾ ਕਤਲ ਕਰਵਾਉਣ ਉਪਰੰਤ ਸ਼ਾਹਜਹਾਨ ਨੇ ਮੁਮਤਾਜ਼ ਨਾਲ ਨਿਕਾਹ ਕੀਤਾ ਸੀ। ਸ਼ਾਹਜਹਾਨ ਦੇ ਮੁਮਤਾਜ਼ ਦੀ ਭਰਜਾਈ ਅਤੇ ਮੁਮਤਾਜ਼ ਦੀ ਭੈਣ ਫਰਜ਼ਾਨਾ ਬੇਗਮ ਨਾਲ ਵੀ ਸੰਬੰਧ ਸਨ।
ਮੁਮਤਾਜ਼ ਦੀ ਮੌਤ ਦੇ 1 ਹਫ਼ਤੇ ਵਿੱਚ ਹੀ ਸ਼ਾਹਜਹਾਨ ਨੇ ਫਰਜ਼ਾਨਾ ਬੇਗਮ ਨਾਲ ਨਿਕਾਹ ਕਰ ਲਿਆ ਸੀ। ਪਰ ਤਾਜ ਮਹਿਲ ਸੰਬੰਧੀ ਕਹਾਣੀ ਇਹੀ ਪ੍ਰਚਲਿਤ ਹੈ ਕਿ ਸ਼ਾਹਜਹਾਨ ਨੇ 20 ਸਾਲਾਂ ਵਿੱਚ 20,000 ਕਾਰੀਗਰਾਂ ਦੀ ਮਿਹਨਤ ਨਾਲ ਮੁਮਤਾਜ਼ ਦੀ ਯਾਦ ਵਿੱਚ ਤਾਜ ਮਹਿਲ ਬਣਵਾਇਆ ਸੀ ਅਤੇ ਔਰੰਗਜ਼ੇਬ ਵੱਲੋਂ ਆਗਰੇ ਦੇ ਕਿਲ੍ਹੇ ਵਿੱਚ ਕੈਦ ਦੌਰਾਨ ਉਹ ਹਸਰਤ ਭਰੀਆਂ ਨਜ਼ਰਾਂ ਨਾਲ ਤਾਜ ਮਹਿਲ ਨੂੰ ਨਿਹਾਰਿਆ ਕਰਦਾ ਸੀ। ਕਦੇ ਵੀ ਕਿਸੇ ਪ੍ਰਚਲਿਤ ਕਥਾ ਕਹਾਣੀ ਨੂੰ ਫਰੋਲੋਗੇ, ਉਸ ਵਿੱਚੋਂ ਹੋਰ ਹੀ ਕਿਸਮ ਦੇ ਵੇਰਵੇ ਨਿਕਲਣਗੇ। ਵਕਤ ਸਿਰ ਆਉਣਾ ਨਿਮਰਤਾ ਅਤੇ ਸਦਭਾਵਨਾ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ। ਦੇਰ ਨਾਲ ਆਉਣ ਵਾਲੇ ਵਿਅਕਤੀ ਨੂੰ ਧਿਆਨ ਨਾਲ ਸੁਣਿਆ ਨਹੀਂ ਜਾਂਦਾ। ਮੰਤਰੀਆਂ ਨੂੰ ਲੋਕਾਂ ਦੇ ਵਕਤ ਦੀ ਪਰਵਾਹ ਨਹੀਂ ਹੁੰਦੀ, ਜਿਸ ਕਾਰਨ ਮੰਤਰੀ ਦੇ ਬੋਲਦਿਆਂ ਕਿਸੇ ਸਰੋਤੇ ਦੇ ਚਿਹਰੇ 'ਤੇ ਉਤਸ਼ਾਹ ਨਹੀਂ ਹੁੰਦਾ। ਸਾਰੇ ਉਡੀਕਦੇ ਹਨ ਕਿ ਉਹ ਬੋਝ ਪਤਾ ਨਹੀਂ ਕਦੋਂ ਉਤਰੇਗਾ। ਮੰਤਰੀ ਸਨਮਾਨਯੋਗ ਹੁੰਦਾ ਨਹੀਂ, ਉਸਨੇ ਆਪ ਹੀ ਸਨਮਾਨਯੋਗ ਹੋਣ ਦਾ ਭੁਲੇਖਾ ਸਿਰਜਿਆ ਹੁੰਦਾ ਹੈ। ਲੋਕ ਮਜਬੂਰੀ ਵਸ ਉਹਨਾਂ ਨੂੰ ਹਾਰ ਪਾਉਂਦੇ ਹਨ ਅਤੇ ਮੰਤਰੀਆਂ ਦੇ ਜਾਣ ਉਪਰੰਤ ਉਹਨਾਂ ਦੀ ਮੂਰਖਤਾ ਦੇ ਲਤੀਫੇ ਸੁਣਾ ਕੇ ਆਪਣਾ ਅਕੇਮਾ ਮਿਟਾਉਂਦੇ ਹਨ। ਜਵਾਨੀ ਇੱਕ ਦੌਰ ਦਾ ਨਾਂ ਹੁੰਦੀ ਹੈ, ਜਦੋਂ ਹਰ ਰੋਜ਼ ਕੁਝ ਨਵਾਂ ਵਾਪਰਦਾ ਹੈ ਅਤੇ ਹਰੇਕ ਦਿਨ ਨਵੀਂ ਮੁਹਿੰਮ ਹੁੰਦਾ ਹੈ। ਜੇ ਘਰ ਦੀ ਬਾਰੀ ਬਾਹਰ ਵੱਲ ਖੁੱਲ੍ਹਦੀ ਹੋਵੇ ਤਾਂ ਇੱਕ ਫਿਲਮ ਨਿਰੰਤਰ ਚੱਲਦੀ ਨਜ਼ਰ ਆਉਂਦੀ ਹੈ। ਹਰ ਗਲੀ ਮੁਹੱਲੇ ਵਿੱਚ ਜਵਾਨ ਹੁੰਦੇ ਹਨ। ਇੱਕ ਉਮਰ 'ਤੇ ਕੁੜੀਆਂ ਆਪਣੇ ਵਾਲਾਂ ਵਿੱਚ ਫੁੱਲ ਟੰਗਣ ਲੱਗ ਪੈਂਦੀਆਂ ਹਨ ਅਤੇ ਮੁੰਡਿਆਂ ਨੂੰ ਕੰਨੋ ਕੰਨੀ ਖਬਰ ਹੋ ਜਾਂਦੀ ਹੈ ਉਹ ਆਪਣੇ ਕੰਨ ਨੇੜੇ ਫੁੱਲ ਟੰਗਦੀ ਸੀ ਅਤੇ ਗਵਾਂਢੀ ਸੇਠ ਦੇ ਮੁੰਡੇ ਕੈਲਾਸ਼ ਵੱਲ ਅੱਡੀਆਂ ਚੁੱਕ ਕੇ ਵੇਖਦੀ ਸੀ। ਫੁੱਲ ਕੈਲਾਸ਼ ਨੂੰ ਪੈਗਾਮ ਸੀ, ਹਨੇਰਾ ਪੈਣ 'ਤੇ ਮੰਦਰ ਦੇ ਬਹਾਨੇ ਆਵਾਂਗੀ, ਮਿਲਾਂਗੇ। ਪਿੱਪਲ ਦੇ ਥੱਲੇ ਬੰਦ ਭੱਠੇ ਦੇ ਕੋਲ ਮਿਲਣੀਆਂ ਦਾ ਪ੍ਰਬੰਧ ਕਰਨ ਵਿੱਚ ਕੁੜੀਆਂ ਬੜੀਆਂ ਮਾਹਿਰ ਹੁੰਦੀਆਂ ਹਨ। ਮਿਲਣੀ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਲੜਕੀ ਨੂੰ ਦਿਓ, ਉਹ ਸਾਰਾ ਪ੍ਰਬੰਧ ਕਰ ਦੇਵੇਗੀ। ਇਸ ਮਾਮਲੇ ਵਿੱਚ ਮੁੰਡਿਆਂ ਨੂੰ ਕੁੜੀਆਂ ਦੀ ਗੱਲ ਅੱਖਾਂ ਬੰਦ ਕਰਕੇ ਮੰਨਣੀ ਚਾਹੀਦੀ ਹੈ। ਫੁੱਲ ਦੀ ਗੈਰ ਹਾਜ਼ਰੀ ਦੱਸਦੀ ਸੀ ਮਿਲਣਾ ਸੰਭਵ ਨਹੀਂ। ਫੁੱਲ ਵੇਖਣ ਲਈ ਕੈਲਾਸ਼ ਇੱਧਰੋਂ ਉੱਧਰ ਗੇੜੇ ਮਾਰਦਾ ਰਹਿੰਦਾ ਸੀ। ਫੁੱਲ ਕੈਲਾਸ਼ ਦੀ ਜ਼ਿੰਦਗੀ ਦਾ ਚਾਨਣ ਮੁਨਾਰਾ ਸੀ। ਇੱਕ ਬਾਦਸ਼ਾਹ ਨੇ ਮਜ਼ਬੂਤ ਕਿਲ੍ਹਾ ਬਣਵਾਇਆ ਜਿਸ ਅੰਦਰ ਕਿਸੇ ਵੀ ਦੁਸ਼ਮਣ ਦਾ ਦਾਖਲ ਹੋਣਾ ਸੰਭਵ ਨਹੀਂ ਸੀ। ਇੱਕ ਦਿਨ ਦਰਬਾਰ ਵਿੱਚ ਕਿਲ੍ਹਿਆਂ ਦੀਆਂ ਗੱਲਾਂ ਚੱਲ ਪਈਆਂ। ਇੱਕ ਵਜ਼ੀਰ ਨੇ ਕਿਹਾ ਕਿ ਸੁਰੱਖਿਆ ਕਿਲ੍ਹੇ ਦੀਆਂ ਮਜ਼ਬੂਤ ਕੰਧਾਂ ਅਤੇ ਉੱਚੇ ਮੀਨਾਰਾਂ 'ਤੇ ਨਿਰਭਰ ਨਹੀਂ ਕਰਦੀ, ਇਹ ਅਸਲ ਵਿੱਚ ਕਿਲ੍ਹੇ ਦੀ ਹਿਫਾਜ਼ਤ ਕਰਨ ਵਾਲੇ ਪਹਿਰੇਦਾਰਾਂ 'ਤੇ ਨਿਰਭਰ ਕਰਦੀ ਹੈ। ਇਸ ਕਥਨ ਨੇ ਬਾਦਸ਼ਾਹ ਨੂੰ ਸੋਚਣ ਲਾ ਦਿੱਤਾ। ਇੱਕ ਰਾਤ ਬਾਦਸ਼ਾਹ ਅਤੇ ਉਸਦਾ ਉਹ ਗੱਲ ਕਹਿਣ ਵਾਲਾ ਵਜ਼ੀਰ ਬਾਹਰੋਂ ਭੇਸ ਵਟਾ ਕੇ ਕਿਲ੍ਹੇ ਦੇ ਦਰਵਾਜ਼ੇ 'ਤੇ ਆਏ ਤਾਂ ਪਹਿਰੇਦਾਰਾਂ ਨੇ ਰੋਕ ਲਿਆ। ਦੋਹਾਂ ਨੇ ਕਿਹਾ, ਸਾਨੂੰ ਅੰਦਰ ਕੰਮ ਹੈ, ਜਾਣ ਦਿਓ। ਪਹਿਰੇਦਾਰਾਂ ਨੇ ਕਿਹਾ, ਨਹੀਂ ਜਾ ਸਕਦੇ, ਬਾਦਸ਼ਾਹ ਤੋਂ ਆਗਿਆ ਲੈਣੀ ਪਏਗੀ। ਦੋਹਾਂ ਨੇ 5 ਪਹਿਰੇਦਾਰਾਂ ਨੂੰ ਸੋਨੇ ਦੀਆਂ 5 ਮੋਹਰਾਂ ਦੀ ਪੇਸ਼ਕਸ਼ ਕੀਤੀ, ਪਰ 5 ਮੋਹਰਾਂ ਪ੍ਰਵਾਨ ਨਾ ਹੋਈਆਂ। ਦੋਹਾਂ ਨੇ 5 ਨੂੰ ਮੋਹਰਾਂ ਦੀ ਥੈਲੀ ਹੀ ਦੇ ਦਿੱਤੀ। ਪਹਿਰੇਦਾਰਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਇੱਕ ਛੋਟੇ ਦਰਵਾਜ਼ੇ ਰਾਹੀਂ ਉਹਨਾਂ ਨੂੰ ਅੰਦਰ ਲੰਘਾ ਦਿੱਤਾ। ਵਜ਼ੀਰ ਨੇ ਚੁੱਪ ਕਰਕੇ ਸਭ ਕੁਝ ਵੇਖ ਰਹੇ ਬਾਦਸ਼ਾਹ ਨੂੰ ਕਿਹਾ ਕਿ ਮੋਹਰਾਂ ਦੀ ਥੈਲੀ ਕਿਲ੍ਹੇ ਨਾਲੋਂ ਵਧੇਰੇ ਮਜ਼ਬੂਤ ਹੈ। ਵਿਆਹ ਤੋਂ ਕਈ ਵਰ੍ਹੇ ਮਗਰੋਂ ਪਤਨੀ ਨੂੰ ਖਿਆਲ ਆਇਆ ਕਿ ਜੇ ਮੈਂ ਆਪਣੇ ਪਤੀ ਨੂੰ ਛੱਡ ਜਾਵਾਂ ਤਾਂ ਉਹ ਕਿਵੇਂ ਮਹਿਸੂਸ ਕਰੇਗਾ। ਉਸਨੇ ਇੱਕ ਕਾਗਜ਼ 'ਤੇ ਲਿਖਿਆ, ਤੁਹਾਡੇ ਨਾਲ ਰਹਿ ਰਹਿ ਕੇ ਅੱਕ ਗਈ ਹਾਂ, ਹੁਣ ਮੈਂ ਹੋਰ ਨਹੀਂ ਰਹਿ ਸਕਦੀ, ਇਸ ਲਈ ਛੱਡ ਕੇ ਜਾ ਰਹੀ ਹਾਂ। ਇਹ ਕਾਗਜ਼ ਪਤੀ ਦੇ ਮੇਜ਼ 'ਤੇ ਰੱਖ ਕੇ ਉਹ ਆਪ ਡਬਲ ਬੈੱਡ ਥੱਲੇ ਲੁਕ ਗਈ। ਪਤੀ ਆਇਆ, ਪੜ੍ਹਿਆ, ਇੱਧਰ ਉੱਧਰ ਵੇਖਿਆ, ਫਿਰ ਸੀਟੀ ਵਜਾ ਕੇ ਨੱਚਣ ਲੱਗ ਪਿਆ। ਫੋਨ 'ਤੇ ਕਿਸੇ ਸ਼ੀਲਾ ਨੂੰ ਕਿਹਾ, ਅੱਜ ਮੈਂ ਮੁਕਤ ਹੋ ਗਿਆ ਹਾਂ। ਉਸਨੂੰ ਆਪੇ ਪਤਾ ਲੱਗ ਗਿਆ ਹੈ ਕਿ ਉਹ ਮੇਰੇ ਲਾਇਕ ਨਹੀਂ। ਇਸ ਮੁਕਤੀ ਦਾ ਜਸ਼ਨ ਮਨਾਉਣ ਲਈ ਤੂੰ ਸਾਹਮਣੇ ਵਾਲੇ ਪਾਰਕ ਵਿੱਚ ਆ ਜਾ। ਉਸਨੇ ਪਤਨੀ ਵਾਲੇ ਕਾਗਜ਼ 'ਤੇ ਕੁਝ ਲਿਖਿਆ ਅਤੇ ਕਾਗਜ਼ ਰੱਖ ਕੇ ਬਾਹਰ ਚਲਾ ਗਿਆ। ਪਤਨੀ ਭਰੀਆਂ ਅੱਖਾਂ ਨਾਲ ਥੱਲੋਂ ਬਾਹਰ ਨਿਕਲੀ, ਕੰਬਦੇ ਹੱਥਾਂ ਨਾਲ ਕਾਗਜ਼ ਫੜਿਆ। ਲਿਖਿਆ ਸੀ, ਤੇਰੇ ਪੈਰ ਬੈੱਡ ਥੱਲੋਂ ਦਿਸ ਰਹੇ ਹਨ, ਤੂੰ ਚਾਹ ਬਣਾ, ਮੈਂ ਪਾਰਕ ਦੇ ਪਾਰ ਮੋਟੇ ਹਲਵਾਈ ਦੇ ਸਮੋਸੇ ਅਤੇ ਜਲੇਬੀਆਂ ਲੈ ਆਵਾਂ। ਮੇਰੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਤੇਰੇ ਹੋਣ ਕਰਕੇ ਹਨ। ਅੱਧੀਆਂ ਤੈਨੂੰ ਨਾਰਾਜ਼ ਕਰਨ ਵਿੱਚ ਹਨ, ਅੱਧੀਆਂ ਤੈਨੂੰ ਮਨਾਉਣ ਕਰਕੇ ਹਨ।
ਉਹ ਬਾਜ਼ਾਰ ਵਿੱਚੋਂ ਕਾਰ ਤੇ ਲੰਘ ਰਹੀ ਸੀ। ਇੱਕ ਰੇਹੜੀ ਤੇ ਅਧਖੜ ਉਮਰ ਦਾ ਗਰੀਬ ਵਿਅਕਤੀ ਕੇਲੇ ਵੇਚ ਰਿਹਾ ਸੀ। ਪੁੱਛਿਆ, ਕੇਲਿਆਂ ਦਾ ਭਾਅ ਕੀ ਸੀ? 5 ਰੁਪਏ ਦਾ ਇੱਕ ਕੇਲਾ। 25 ਰੁਪਏ ਦੇ 6 ਦੇਵੇਂ ਤਾਂ ਮੈਂ ਲਵਾਂਗੀ। ਰੇਹੜੀ ਵਾਲੇ ਨੇ ਮਜਬੂਰੀ ਵਾਲੇ ਸ਼ਬਦਾਂ ਨਾਲ ਕਿਹਾ, ਲੈ ਲਓ। ਅੱਜ ਕੋਈ ਗਾਹਕ ਹੀ ਨਹੀਂ ਆਇਆ। 25 ਰੁਪਏ ਦੇ 6 ਕੇਲੇ ਲੈ ਕੇ ਉਸ ਨੂੰ ਜੇਤੂ ਹੋਣ ਦਾ ਅਹਿਸਾਸ ਹੋ ਰਿਹਾ ਸੀ। ਅੱਜ ਉਹ ਆਪਣੀਆਂ ਸਹੇਲੀਆਂ ਨਾਲ ਇੱਕ ਹੋਟਲ ਵਿੱਚ ਚਾਹ ਪੀਣ ਜਾ ਰਹੀ ਸੀ। 1400 ਰੁਪਏ ਦਾ ਬਿੱਲ ਸੀ। 1500 ਦਿੱਤੇ। ਬਹਿਰਾ 100 ਰੁਪਏ ਵਾਪਸ ਲੈ ਕੇ ਆਇਆ। ਬਹਿਰੇ ਨੂੰ ਕਿਹਾ, ਇਹ ਤੂੰ ਰੱਖ ਲੈ। ਅਸੀਂ ਲੋੜਵੰਦਾਂ ਗਰੀਬਾਂ ਤੋਂ ਕੁਝ ਖਰੀਦਦੇ ਹਾਂ, ਭਾਅ ਕਿਉਂ ਘਟਾਉਣ ਲੱਗ ਪੈਂਦੇ ਹਾਂ? ਕੀ ਇਸ ਨਾਲ ਸਾਨੂੰ ਆਪਣੇ ਸ਼ਕਤੀਸ਼ਾਲੀ ਹੋਣ ਦਾ ਅਹਿਸਾਸ ਹੁੰਦਾ ਹੈ? ਅਸੀਂ ਉਹਨਾਂ ਨਾਲ ਹੀ ਮਿਹਰਬਾਨ ਕਿਉਂ ਹੁੰਦੇ ਹਾਂ ਜਿਨ੍ਹਾਂ ਨੂੰ ਸਾਡੀ ਮਿਹਰਬਾਨੀ ਦੀ ਲੋੜ ਨਹੀਂ ਹੁੰਦੀ? ਹੋ ਸਕਦਾ ਹੈ ਉਸ ਕੇਲਿਆਂ ਵਾਲੇ ਨੇ ਆਪਣੀਆਂ 100 ਲੋੜਾਂ ਪੂਰੀਆਂ ਕਰਨੀਆਂ ਹੋਣ, ਆਪਣੀ ਧੀ ਵਿਆਹਣੀ ਹੋਵੇ, ਪਤਨੀ ਦਾ ਇਲਾਜ ਕਰਵਾਉਣਾ ਹੋਵੇ। ਬਹਿਰੇ ਸਾਹਮਣੇ ਵਿਖਾਈ ਉਦਾਰਤਾ, ਕੇਲਿਆਂ ਵਾਲੇ ਦੇ ਸਾਹਮਣੇ ਕਮੀਣਗੀ ਕਿਵੇਂ ਬਣ ਗਈ? ਗਰੀਬ ਆਦਮੀ ਨੂੰ ਮਹਿੰਗੀ ਕਰਕੇ ਚੀਜ਼ ਵੇਚਣੀ ਆਉਂਦੀ ਹੀ ਨਹੀਂ। ਗਰੀਬ ਆਦਮੀ ਨਾਲ ਕਦੇ ਸੌਦੇਬਾਜ਼ੀ ਨਾ ਕਰੋ, ਕਿਉਂਕਿ ਉਸ ਨੂੰ ਪਹਿਲਾਂ ਹੀ ਬੜੇ ਘਾਟੇ ਪੈ ਚੁੱਕੇ ਹੁੰਦੇ ਹਨ। ਉਸ ਦੀਆਂ ਅਸੀਸਾਂ ਕਮਾਓ। ਕੰਪਨੀ ਦੇ ਪ੍ਰਤੀਨਿਧ ਨੇ ਇੱਕ ਵੱਡੇ ਪਤਵੰਤੇ ਉਦਯੋਗਪਤੀ ਗਾਹਕ ਨੂੰ ਮਿਲਣ ਵਾਸਤੇ ਵਕਤ ਦੇਣ ਲਈ ਕਿਹਾ। ਪਤਵੰਤੇ ਵਿਅਕਤੀ ਨੇ ਕਿਹਾ, ਮੈਂ ਰੁੱਝਿਆ ਹੋਇਆ ਹਾਂ, ਮਿਲਣਾ ਸੰਭਵ ਨਹੀਂ। ਪ੍ਰਤੀਨਿਧ ਨੇ ਕਿਹਾ ਕਿ ਮੈਂ ਤੁਹਾਨੂੰ ਮਿਲਣਾ ਹੀ ਇਸ ਲਈ ਚਾਹੁੰਦਾ ਹਾਂ ਕਿ ਤੁਹਾਨੂੰ ਅਨੇਕਾਂ ਰੁਝੇਵੇਂ ਹਨ। ਸਾਡਾ ਆਪਸ ਵਿੱਚ ਮਿਲਣਾ ਤੁਹਾਡੇ ਰੁਝੇਵਿਆਂ ਵਿੱਚ ਮਦਦਗਾਰ ਹੋਵੇਗਾ। ਮਿਲਣ ਦਾ ਵਕਤ ਮਿਲ ਗਿਆ, ਕਿਉਂਕਿ ਪ੍ਰਤੀਨਿਧ ਨੇ ਆਪਣੇ ਹਿੱਤ ਦੀ ਨਹੀਂ, ਗਾਹਕ ਦੇ ਹਿੱਤ ਨੂੰ ਪਹਿਲ ਦੇਣ ਦੀ ਨੀਤੀ ਅਪਣਾਈ ਸੀ। ਜਿਹੜੇ ਮਰੀਜ਼ਾਂ ਦੇ ਪੁਰਾਣੇ ਰੋਗ ਕਰਾਮਾਤਾਂ ਵਾਂਗ ਠੀਕ ਹੋ ਜਾਂਦੇ ਹਨ, ਉਹ ਧੂਫ, ਅਗਰਬੱਤੀ ਜਾਂ ਕਿਸੇ ਥਾਂ ਇਸ਼ਨਾਨ ਜਾਂ ਕੁਝ ਅਜਿਹਾ ਕਰਨ ਨਾਲ ਠੀਕ ਨਹੀਂ ਹੁੰਦੇ। ਉਹ ਇਸ ਵਿਸ਼ਵਾਸ ਨਾਲ ਠੀਕ ਹੋ ਜਾਂਦੇ ਹਨ ਕਿ ਹੁਣ ਮੈਨੂੰ ਠੀਕ ਹੋਣ ਦੀ ਲੋੜ ਹੈ। ਠੀਕ ਹੋ ਕੇ ਮੈਂ ਇਹ ਅਤੇ ਉਹ ਕੰਮ ਕਰਨਾ ਹੈ। ਉਹਨਾਂ ਦਾ ਸਾਰੂ ਮਨ ਉਹਨਾਂ ਨੂੰ ਠੀਕ ਕਰਦਾ ਹੈ। ਕਿਸੇ ਜੁਰਮ ਉਪਰੰਤ ਜੁਰਮ ਦਾ ਇਕਬਾਲ ਕਰਨ ਵਿੱਚ ਮੁਸ਼ਕਿਲ ਨਹੀਂ ਹੁੰਦੀ। ਉਸ ਜੁਰਮ ਦੇ ਸ਼ਰਮਸਾਰ ਕਰਨ ਵਾਲੇ ਪੱਖਾਂ ਦਾ ਇਕਬਾਲ ਕਰਨਾ ਮੁਸ਼ਕਿਲ ਹੁੰਦਾ ਹੈ। ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਰਲ ਕੇ ਸ਼ਰਾਬੀ ਪਤੀ ਦਾ ਕਤਲ ਕਰਵਾਉਣਾ ਜੁਰਮ ਹੈ, ਪਰ ਕਤਲ ਕਰਕੇ ਲਾਸ਼ ਨੂੰ ਕਮਰੇ ਅੰਦਰ ਹੀ ਦਫਨਾ ਕੇ ਉੱਪਰ ਵਿਛੇ ਪਲੰਘ ਉੱਤੇ ਸੰਭੋਗ ਦਾ ਜਸ਼ਨ ਕਰਨਾ ਸ਼ਰਮਸਾਰ ਕਰਨ ਵਾਲੇ ਪੱਖ ਹਨ। ਸਮਾਜ ਦੀ ਸ਼ਕਤੀ ਮਨੁੱਖ ਨੂੰ ਵਿਸ਼ੇਸ਼ ਢੰਗ ਨਾਲ ਵਿਹਾਰ ਕਰਨ ਲਈ ਮਜਬੂਰ ਕਰਦੀ ਹੈ। ਇਸ ਮਜਬੂਰੀ ਕਾਰਨ ਪਰੇਸ਼ਾਨੀ, ਤਣਾਅ ਅਤੇ ਨਿਰਾਸ਼ਤਾ ਹੈ। ਲੱਖਾਂ ਹਨ ਜਿਹੜੇ ਜਿੱਥੇ ਰਹਿ ਰਹੇ ਹਨ ਉੱਥੇ ਰਹਿਣਾ ਨਹੀਂ ਚਾਹੁੰਦੇ। ਉਹਨਾਂ ਨਾਲ ਰਹਿ ਰਹੇ ਹਨ ਜਿਨ੍ਹਾਂ ਨੂੰ ਉਹ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੇ। ਜਿਹੜਾ ਕੰਮ ਉਹ ਕਰਦੇ ਹਨ ਉਹ ਕਰਨਾ ਨਹੀਂ ਚਾਹੁੰਦੇ। ਸੁਤੰਤਰਤਾ ਬੜੇ ਸੀਮਤ ਜਿਹੇ ਖੇਤਰ ਵਿੱਚ ਵਾਪਰਦੀ ਹੈ। ਹੁਣ ਤਾਂ ਤੁਸੀਂ ਆਪਣੀ ਪਸੰਦ ਦੀ ਦਾਲ ਸਬਜ਼ੀ ਵੀ ਨਹੀਂ ਖਾ ਸਕਦੇ। ਤੁਹਾਡੀ ਜੇਬ ਰੋਕਦੀ ਹੈ। ਤੁਸੀਂ ਕਿਸੇ ਵੀ ਬਾਜ਼ਾਰ ਜਾਣ ਲਈ ਸੁਤੰਤਰ ਹੋ, ਪਰ ਹਰੇਕ ਦੁਕਾਨ ਵਿੱਚ ਜਾਣ ਲਈ ਸੁਤੰਤਰ ਨਹੀਂ। ਹਰੇਕ ਵਿਅਕਤੀ ਆਪਣੀਆਂ ਸੀਮਾਵਾਂ ਵਿੱਚ ਬੰਨ੍ਹਿਆ ਹੋਇਆ ਹੈ, ਇਸ ਲਈ ਪਰੇਸ਼ਾਨ ਹੈ, ਉਦਾਸ ਹੈ, ਉਪਰਾਮ ਹੈ। ਇੱਕ ਵਾਰੀ ਪਤੀ ਪਤਨੀ ਵਿਚਕਾਰ ਗੱਲਾਂ ਕਰਦਿਆਂ ਬੰਦਾ ਬਹਾਦਰ ਦੀ ਗੱਲ ਚੱਲ ਪਈ। ਅਜਿਹੀ ਗੱਲਬਾਤ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਗੱਲਾਂ ਹੋਣੀਆਂ ਹੀ ਸਨ। ਪਤੀ ਕਹਿ ਰਿਹਾ ਸੀ ਕਿ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਹਨੇਰੀ ਵਾਂਗ ਪੰਜਾਬ ਵਿੱਚ ਝੁੱਲਿਆ। ਪਤੀ ਦੀ ਆਵਾਜ਼ ਵਿੱਚ ਜੋਸ਼ ਸੀ। ਜੋ ਅੜਿਆ ਸੋ ਝੜਿਆ। ਸਰਹੰਦ ਦੀ ਤਾਂ ਉਸਨੇ ਇੱਟ ਨਾਲ ਇੱਟ ਖੜਕਾ ਦਿੱਤੀ। ਜ਼ਾਲਮ ਸ਼ਹਿਰ ਦੀਆਂ ਤਾਂ ਨੀਹਾਂ ਤੱਕ ਉਖਾੜ ਦਿੱਤੀਆਂ। ਜੋ ਬੱਚਾ ਵੱਡਾ ਸਾਹਮਣੇ ਆਇਆ ਉਹ ਤਹਿ ਤੇਗ ਕਰ ਦਿੱਤਾ। ਪਤੀ ਦਾ ਜੋਸ਼ੀਲਾ ਬਿਆਨ ਜਾਰੀ ਸੀ। ਸੁਣ ਰਹੀ ਪਤਨੀ ਗੰਭੀਰ ਹੋ ਗਈ। ਉਸਦੇ ਚਿਹਰੇ ਦਾ ਰੰਗ ਕਪਾਹ ਵਰਗਾ ਹੋ ਗਿਆ। ਮਰਦੀ ਜਾਂਦੀ ਆਵਾਜ਼ ਵਿੱਚ ਉਹ ਬੋਲੀ, ਕੀ ਬੰਦੇ ਨੇ ਸਰਹੰਦ ਦਾ ਕੁਝ ਨਾ ਛੱਡਿਆ? ਛੱਡਣਾ ਕੀ ਸੀ? ਵਜ਼ੀਰ ਖਾਨ ਨੇ ਕਿਧਰੇ ਘੱਟ ਕਹਿਰ ਗੁਜ਼ਾਰਿਆ ਸੀ? ਮੈਂ ਕਹਿੰਦੀ ਹਾਂ, ਜਿੰਨਾ ਕਹਿਰ ਢਾਇਆ ਉਹਨਾਂ ਦਾ ਭਾਵੇਂ ਕੁਤਰਾ ਕਰ ਦਿੰਦਾ, ਪਰ ਸਰਹੰਦ ਵਿੱਚ ਕੁਝ ਭਲੇ ਲੋਕ ਵੀ ਤਾਂ ਰਹਿੰਦੇ ਹੋਣਗੇ। ਉਹਨਾਂ ਦੇ ਬਾਲ ਬੱਚੇ ਵੀ, ਹਾਂ, ਨੇਜਿਆਂ ਤੇ ਟੰਗੇ ਗਏ। ਜਦੋਂ ਤੇਗ ਤਲਵਾਰ ਚੱਲਦੀ ਹੈ ਤਾਂ ਪੁੱਛਣ ਦੀ ਵੇਲ ਨਹੀਂ ਹੁੰਦੀ ਕਿ ਅਗਲਾ ਗਾਟਾ ਕਿਸੇ ਭਲੇ ਦਾ ਲਹੇਗਾ ਕਿ ਕਿਸੇ ਬੁਰੇ ਦਾ ਉਤਰੇਗਾ। ਇਹ ਤਾਂ ਫਿਰ ਬਿਲਕੁਲ ਹੀ ਗਲਤ ਗੱਲ ਹੋਈ। ਇਸ ਤੋਂ ਅੱਗੇ ਪਤਨੀ ਕੋਲ ਕੁਝ ਕਹਿਣ ਦੀ ਹਿੰਮਤ ਨਹੀਂ ਸੀ। ਉਸਦੀਆਂ ਅੱਖਾਂ ਵਿੱਚ ਹੰਝੂ ਤੈਰ ਰਹੇ ਸਨ।
ਉਸ ਦੇ ਹਿਰਦੇ ਵਿਚਲੀ ਮਮਤਾ ਨਿਹੱਕ ਮਾਰੇ ਗਏ ਲੋਕਾਂ ਅਤੇ ਕੋਹੇ ਗਏ ਬੱਚਿਆਂ ਦੇ ਦਰਦ ਵਿੱਚ ਕੁਰਲਾ ਰਹੀ ਸੀ। ਜੇ ਦੋਵੇਂ ਮਾਪੇ ਵਿਕਲਾਂਗ ਹੋਣ ਤਾਂ ਉਹਨਾਂ ਦੇ ਬੱਚਿਆਂ ਵਿੱਚ ਹੀਣਤਾ ਦੀ ਭਾਵਨਾ ਆਪ ਮੁਹਾਰੇ ਆ ਜਾਂਦੀ ਹੈ। ਇੱਕ ਲੰਗੜੇ ਲੜਕੇ ਨੇ ਮੁਸ਼ਕਿਲ ਨਾਲ ਸਕੂਲ ਦੀ ਹੀ ਪੜ੍ਹਾਈ ਕੀਤੀ ਅਤੇ ਅੱਗੋਂ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਉਹ ਹੋਰਾਂ ਵੱਲੋਂ ਲੰਗੜਾ ਲੰਗੜਾ ਕਹੇ ਜਾਣ ਤੋਂ ਪਰੇਸ਼ਾਨ ਸੀ। ਮਾਪਿਆਂ ਨੇ ਸਾਈਕਲਾਂ ਮੁਰੰਮਤ ਕਰਨ ਦੀ ਦੁਕਾਨ ਖੋਲ੍ਹ ਦਿੱਤੀ। ਕੁਝ ਚਿਰ ਮਗਰ ਉਸਨੇ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਵਾਸਤਵ ਵਿੱਚ ਉਸ ਨਾਲ ਹਮਦਰਦੀ ਪ੍ਰਗਟਾਉਣ ਵਾਲਾ ਕੋਈ ਨਹੀਂ ਸੀ। ਲੰਗੜਾ ਹੋਣ ਕਰਕੇ ਕੋਈ ਰਿਸ਼ਤਾ ਨਹੀਂ ਸੀ ਮਿਲ ਰਿਹਾ। ਇੱਕ ਗੂੰਗੀ ਬੋਲੀ ਲੜਕੀ ਨਾਲ ਵਿਆਹ ਕਰ ਲਿਆ। ਜਿਵੇਂ ਸੋਚਿਆ ਸੀ ਉਵੇਂ ਨਾ ਹੋਇਆ। ਪਤੀ ਪਤਨੀ ਤੋਂ ਸੁੱਖ ਭਾਲਦਾ ਸੀ, ਪਤਨੀ ਪਤੀ ਉੱਤੇ ਨਿਰਭਰ ਹੋ ਗਈ। ਸਜ਼ਾ ਬੱਚਿਆਂ ਨੂੰ ਮਿਲੀ। ਬੱਚੇ ਨਾ ਲੰਗੜੇ ਸਨ ਨਾ ਗੂੰਗੇ ਬੋਲੇ, ਪਰ ਮਾਪਿਆਂ ਦਾ ਵਿਕਲਾਂਗ ਹੋਣਾ ਉਹਨਾਂ ਦਾ ਸਰਾਪ ਸੀ। ਤਿੰਨਾਂ ਵਿੱਚੋਂ 2 ਧੀਆਂ ਨੇ ਆਤਮਘਾਤ ਕਰ ਲਿਆ। ਜ਼ਿੰਦਗੀ ਵਿੱਚ ਉਂਝ ਹੀ ਸਮੱਸਿਆਵਾਂ ਦੀ ਭਰਮਾਰ ਹੈ, ਪਰ ਜੇ ਕੋਈ ਵਿਕਲਾਂਗ ਜਾਂ ਵਿਕਲਾਂਗ ਦੀ ਸੰਤਾਨ ਹੋਵੇ ਤਾਂ ਸਮੱਸਿਆਵਾਂ ਕਈ ਗੁਣਾ ਵੱਧ ਜਾਂਦੀਆਂ ਹਨ। ਭਾਵੇਂ ਸਮਾਜ ਦਾ ਦ੍ਰਿਸ਼ਟੀਕੋਣ ਬਦਲ ਰਿਹਾ ਹੈ, ਪਰ ਸਰੀਰਕ ਸਮਰੱਥਾ ਦੀ ਸਮੱਸਿਆ ਬਣੀ ਰਹਿੰਦੀ ਹੈ। ਮੋਨਾਲੀਜ਼ਾ ਲਿਓਨਾਰਦੋ ਦਾ ਸਭ ਤੋਂ ਵੱਧ ਚਰਚਿਤ ਚਿੱਤਰ ਹੈ। ਮੋਨਾਲੀਜ਼ਾ ਜਿਤਨਾ ਹੀ ਪ੍ਰਸਿੱਧ ਚਿੱਤਰ ਈਸਾ ਦਾ 13 ਨਾਲ ਅੰਤਲਾ ਭੋਜ ਹੈ। ਇਹਨਾਂ 13 ਵਿੱਚ ਜੁਡਾਸ ਵੀ ਸੀ, ਜਿਸ ਦੀ ਅਕ੍ਰਿਤ ਘਣਤਾ ਅਤੇ ਮੁਖਬਰੀ ਨੇ ਈਸਾ ਨੂੰ ਸੂਲੀ ਟੰਗਵਾਇਆ ਸੀ, ਜਿਸ ਕਾਰਨ ਈਸਾਈ ਜਗਤ ਵਿੱਚ 13 ਦਾ ਹਿੱਸਾ ਮਨਹੂਸ ਹੈ। ਲਿਓਨਾਰਦੋ ਨੂੰ ਰਾਜੇ ਵਜੋਂ ਜਾਣੇ ਜਾਂਦੇ ਡਿਊਕ ਨੇ ਇਹ ਚਿੱਤਰ ਤਿਆਰ ਕਰਨ ਲਈ ਕਿਹਾ ਸੀ। ਲਿਓਨਾਰਦੋ ਨੂੰ ਈਸਾ ਨੂੰ ਧੋਖਾ ਦੇਣ ਵਾਲੇ ਜੁਡਾਸ ਦਾ ਚਿਹਰਾ ਚਿੱਤਰਨ ਲਈ ਸਹੀ ਮਾਡਲ ਨਹੀਂ ਸੀ ਲੱਭ ਰਿਹਾ। ਉਹ ਮਿਲਾਨ ਸ਼ਹਿਰ ਦੀਆਂ ਗੰਦੀਆਂ ਬਸਤੀਆਂ ਵਿੱਚ ਗਿਆ, ਜਿੱਥੇ ਉਸਨੇ ਝਟਕਈਆਂ ਅਤੇ ਜਲਾਦਾਂ ਦੇ ਚਿਹਰਿਆਂ ਨੂੰ ਵੇਖਿਆ। ਕਈ ਚਿਹਰਿਆਂ ਦਾ ਪਿੱਛਾ ਕਰਦਾ ਕਰਦਾ ਉਹ ਬੜੀ ਦੂਰ ਨਿਕਲ ਜਾਇਆ ਕਰਦਾ ਸੀ। ਉਸਨੇ ਤਿਉੜੀ ਵਾਲੇ, ਨਫ਼ਰਤ ਵਾਲੇ, ਪੀੜਤ ਅਤੇ ਕਰੂਪ ਚਿਹਰੇ ਗਲੀਆਂ ਮੁਹੱਲਿਆਂ ਵਿੱਚੋਂ ਲੱਭਣ ਦਾ ਯਤਨ ਕੀਤਾ। ਲਿਓਨਾਰਦੋ ਨੇ ਕਈ ਸਾਲ ਜੁਡਾਸ ਦੇ ਚਿਹਰੇ ਦੀ ਤਲਾਸ਼ ਕੀਤੀ। ਚਿੱਤਰ ਦੀ ਵਿਉਂਤ ਸਪਸ਼ਟ ਸੀ। ਸਮੱਸਿਆ ਇੱਕ ਚਿਹਰੇ ਦੀ ਸੀ। ਡਿਊਕ ਚਿੱਤਰ ਮੁਕੰਮਲ ਕਰਨ ਲਈ ਬਾਰ-ਬਾਰ ਕਹਿ ਰਿਹਾ ਸੀ। ਕਈ ਸਾਲਾਂ ਦੀ ਭਟਕਣ ਉਪਰੰਤ ਜਿਸ ਚਿਹਰੇ ਦੀ ਤਲਾਸ਼ ਸੀ, ਉਹ ਚਿਹਰਾ ਇੱਕ ਸ਼ਰਾਬਖਾਨੇ ਵਿੱਚੋਂ ਮਿਲ ਗਿਆ ਸੀ ਅਤੇ ਉਸੇ ਮਹੀਨੇ ਈਸਾ ਨਾਲ ਸੰਬੰਧਿਤ ਵਿਸ਼ਵ ਚਿੱਤਰ ਮੁਕੰਮਲ ਹੋ ਗਿਆ ਸੀ। ਇੱਕ ਪਾਦਰੀ ਇੱਕ ਅਫਰੀਕੀ ਕਬੀਲੇ ਵਿੱਚ ਇਸ ਉਦੇਸ਼ ਲਈ ਭੇਜਿਆ ਗਿਆ ਕਿ ਉਹ ਉਹਨਾਂ ਦੀ ਭਾਸ਼ਾ ਸਿੱਖੇ, ਲਿਪੀ ਉਸਾਰੇ ਅਤੇ ਬਾਈਬਲ ਦਾ ਉਸ ਭਾਸ਼ਾ ਵਿੱਚ ਅਨੁਵਾਦ ਕਰੇ। ਪਾਦਰੀ ਆਉਣ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੂੰ ਉਜੜ ਅਤੇ ਜਾਹਲ ਸਮਝਦਾ ਸੀ, ਉਹ ਤਾਂ ਬੜੇ ਗੁਣੀ ਗਿਆਨੀ ਪ੍ਰਤੀਤ ਹੋਏ। ਉਹ ਪੰਛੀਆਂ ਦੀਆਂ ਆਵਾਜ਼ਾਂ ਤੋਂ ਮੀਂਹ ਪੈਣ ਦੀ ਸੂਚਨਾ ਪ੍ਰਾਪਤ ਕਰ ਲੈਂਦੇ ਸਨ। ਉਹ ਪੰਛੀਆਂ ਦੀ ਭਾਸ਼ਾ ਸਮਝਦੇ ਸਨ। ਉਹਨਾਂ ਦੀ ਆਪਣੀ ਸੰਚਾਰ ਪ੍ਰਣਾਲੀ ਅਤੇ ਚਿਕਿਤਸਾ ਵਿਧੀ ਸੀ। ਇੱਕ ਵਾਰੀ ਉਹ ਜੰਗਲ ਵਿੱਚੋਂ ਝਾੜੀਆਂ ਕਾਰਨ ਬੜੀ ਮੁਸ਼ਕਿਲ ਨਾਲ ਲੰਘਿਆ, ਪਰ ਕਬੀਲੇ ਦੇ ਲੋਕ ਦੌੜਦੇ ਲੰਘ ਜਾਂਦੇ ਸਨ, ਜਿਵੇਂ ਝੂਟੇ ਲੈ ਰਹੇ ਹੋਣ। ਕਬੀਲੇ ਦੇ ਲੋਕਾਂ ਨੂੰ ਸਾਰੇ ਪੌਦਿਆਂ ਅਤੇ ਉਹਨਾਂ ਦੇ ਗੁਣਾਂ ਦੋਸ਼ਾਂ ਦਾ ਪਤਾ ਸੀ। ਇਸ ਸਭ ਕੁਝ ਨਾਲ ਪਾਦਰੀ ਹੈਰਾਨ ਹੁੰਦਾ ਸੀ ਅਤੇ ਉਸ ਨੂੰ ਆਪਣਾ ਵਿਹਾਰ ਬੁੱਧੂਆਂ ਵਰਗਾ ਲੱਗਦਾ ਸੀ। ਕਬੀਲੇ ਦੇ ਜੀਵਨ ਨੂੰ ਪਾਦਰੀ ਨੇ ਨਵੀਆਂ ਅੱਖਾਂ, ਨਵੇਂ ਕੰਨਾਂ, ਨਵੀਂ ਸੋਝੀ ਨਾਲ ਜਾਣਨਾ ਆਰੰਭ ਕੀਤਾ। ਪਾਦਰੀ ਉਹਨਾਂ ਵਿੱਚ ਉਹਨਾਂ ਵਾਂਗ ਰਹਿਣ ਲੱਗ ਪਿਆ ਅਤੇ ਬਿਨਾਂ ਯਤਨ ਹੀ ਉਹ ਉਹਨਾਂ ਦੀ ਭਾਸ਼ਾ ਸਿੱਖ ਗਿਆ। ਉਹ ਜਾਣ ਗਿਆ ਕਿ ਕੁਦਰਤ ਨਾਲ ਇਕਸੁਰ ਸੌਖਾ ਸੁਖਾਲਾ ਜੀਵਨ ਜਿਉਣ ਵਾਲੇ ਇਹਨਾਂ ਲੋਕਾਂ ਤੇ ਬਾਈਬਲ ਅਤੇ ਈਸਾਈ ਧਰਮ ਠੋਸਣ ਨਾਲ ਇਹਨਾਂ ਦਾ ਜੀਵਨ ਲੀਹ ਤੋਂ ਉਤਰ ਜਾਵੇਗਾ। ਇਹਨਾਂ ਸਾਰੇ ਕਾਰਨਾਂ ਕਰਕੇ ਪਾਦਰੀ ਦਾ ਈਸਾਈ ਧਰਮ ਵਿੱਚ ਆਪਣਾ ਵਿਸ਼ਵਾਸ ਡੋਲ ਗਿਆ। ਪਾਦਰੀ ਨੇ ਕਬੀਲੇ ਦਾ ਜੀਵਨ ਅੰਦਰੋਂ ਅਪਣਾ ਲਿਆ ਸੀ, ਜਿਸ ਕਾਰਨ ਉਸ ਨੂੰ ਗਿਰਜਿਆਂ ਵਿੱਚ ਦਿੱਤੇ ਜਾਂਦੇ ਵਿਖਿਆਨ ਖੋਖਲੇ ਅਤੇ ਈਸਾਈ ਜੀਵਨ ਜਾਂਚ ਹੀਣੀ ਲੱਗੀ। ਉਹ ਕਬੀਲੇ ਦੀ ਜੀਵਨ ਜਾਂਚ ਅਤੇ ਸੋਚ ਬਦਲਣ ਆਇਆ ਸੀ, ਪਰ ਉਸ ਦੀ ਆਪਣੀ ਸੋਚ ਅਤੇ ਜ਼ਿੰਦਗੀ ਬਦਲ ਗਈ ਸੀ। ਸੰਪੂਰਨ ਕਾਇਆ ਕਲਪ ਵਾਪਰ ਗਿਆ ਸੀ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।